ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਰਾਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨਾ ਜਾਨੋ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸੂਖ ਸਹਿਜ ਆਨੰਦਾ ਪ੍ਰਭ ਮਿਲਿਓ ਮਨ ਭਾਵੰਦਾ ਪੂਰੇ ਗੁਰ ਕਿਰਪਾ ਧਾਰੀ ਤਾਂ ਗਤ ਭਈ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਹੋਇਆ ਹੈ। ਇਸ ਪਾਵਨ ਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ 622 ਅੰਗ 'ਤੇ ਸਤਿਗੁਰੂ ਜੀ ਜੋ ਬਖਸ਼ਿਸ਼ ਕਰ ਰਹੇ ਹਨ। ਗੁਰਮੁਖਾਂ ਦੀ ਅਵਸਥਾ ਸਤਿਗੁਰੂ ਜੀ ਇੱਥੇ ਬਿਆਨ ਕਰ ਰਹੇ ਹਨ, ਜੋ ਕੱਲ੍ਹ ਵੀ ਆਪਾਂ ਸਾਂਝ ਪਾਈ ਸੀ। ਤਿੰਨ ਤਰ੍ਹਾਂ ਦੇ ਜਗਿਆਸੂ ਹੁੰਦੇ ਹਨ, ਉੱਤਮ, ਮੱਧਮ ਅਤੇ ਕਨਿਸ਼ਟ। ਇੱਥੇ ਮਹਾਰਾਜ ਉੱਤਮ ਜਗਿਆਸੂ ਦੀ ਅਵਸਥਾ ਬਿਆਨ ਕਰ ਰਹੇ ਹਨ। ਉੱਤਮ ਜਗਿਆਸੂ ਜੋ ਪੂਰੀ ਸ਼ਰਧਾ ਦੇ ਨਾਲ, ਪੂਰੀ ਭਾਵਨਾ ਦੇ ਨਾਲ ਗੁਰੂ ਚਰਨਾਂ ਨਾਲ ਜੁੜ ਕੇ ਨਾਮ ਦਾ, ਬਾਣੀ ਦਾ ਅਭਿਆਸੀ ਹੁੰਦਾ ਹੈ ਔਰ ਉਸ ਨੂੰ ਸਭ ਨਾਲੋਂ ਉੱਚੀ ਆਤਮ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਉਹਨਾਂ ਗੁਰਮੁਖਾਂ ਦੀ ਅਵਸਥਾ ਇੱਥੇ ਬਿਆਨ ਕਰ ਰਹੇ ਹਨ। ਆਓ, ਵੱਡੇ ਭਾਗ ਹਨ, ਕਿਉਂਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਆਪਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸੋਰਠ ਮਹੱਲਾ ਪੰਜਵਾਂ। ਸੋਠ ਰਾਗ ਪੰਚਮ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਹਨ। ਸੂਖ ਸਹਿਜ ਆਨੰਦਾ ਪ੍ਰਭ ਮਿਲਿਓ ਮਨ ਭਾਵੰਦਾ। ਜਿਨ੍ਹਾਂ ਗੁਰਮੁਖਾਂ ਦਾ ਮਨ ਵਾਹਿਗੁਰੂ ਦੀ ਭਗਤੀ ਦੇ ਵਿੱਚ ਲੀਨ ਹੋਇਆ ਹੈ,
उत्तम जगयासु। महाराज कहते उन्हां दे मन दे विच जो वाहिगुरू नूं मिलण दी इच्छा सी ਤਾਂ ਉਹ ਵਾਹਿਗੁਰੂ ਨਿਰੰਕਾਰ ਉਹਨਾਂ ਨੂੰ ਮਿਲਿਆ ਹੈ। ਪ੍ਰਭ ਮਿਲਿਓ ਮਨ ਭਾਵੰਦਾ, ਜੋ ਮਨ ਨੂੰ ਬੜਾ ਭਾਉਂਦਾ ਹੈ, ਚੰਗਾ ਲੱਗਾ ਹੈ, ਉਹ ਵਾਹਿਗੁਰੂ ਨਿਰੰਕਾਰ ਪ੍ਰਾਪਤ ਹੋਇਆ। ਜਿਸ ਦੇ ਪ੍ਰਾਪਤ ਹੋਣ ਨਾਲ ਕੀ ਹੋਇਆ ਹੈ? ਸੂਖ ਸਹਿਜ ਆਨੰਦਾ। 99 ਕਰਕੇ ਅਰਥ ਹਨ। ਇਹ ਪੰਕਤੀ ਪਹਿਲਾਂ ਹੈ। ਸੂਖ ਸਹਿਜ ਆਨੰਦਾ, ਪ੍ਰਭ ਮਿਲਿਓ ਮਨ ਭਾਵੰਦਾ। ਸੁਖ ਸਹਿਜ ਅਵਸਥਾ ਬਣ ਗਈ, ਆਨੰਦ ਹੀ ਆਨੰਦ ਪ੍ਰਾਪਤ ਹੋਇਆ। ਪੁੱਛਿਆ ਜੀ ਇਹ ਅਵਸਥਾ ਕਿਵੇਂ ਮਿਲੀ ਹੈ? ਕਹਿੰਦੇ ਵਾਹਿਗੁਰੂ ਦਾ ਨਾਮ ਜਪ ਕੇ ਮਨ ਨੂੰ ਭਾ ਗਿਆ ਉਹ ਵਾਹਿਗੁਰੂ ਨਿਰੰਕਾਰ। ਉਸ ਵਾਹਿਗੁਰੂ ਦੀ ਬੰਦਗੀ ਕਰਕੇ ਇਹ ਅਵਸਥਾ ਪ੍ਰਾਪਤ ਹੋਈ ਹੈ। ਪੂਰੇ ਗੁਰ ਕਿਰਪਾ ਧਾਰੀ, ਤਾਗਤ ਭਈ ਹਮਾਰੀ। ਵਾਹਿਗੁਰੂ ਦੀ ਬੰਦਗੀ ਕਰਨੀ ਮਨ ਨੂੰ ਚੰਗੀ ਕਿਵੇਂ ਲੱਗੀ? ਇਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਿਵੇਂ ਹੋਈ ਹੈ? ਤਾਂ ਗਰੀਬ ਨਵਾਜ਼ ਫਰਮਾਨ ਕਰਦੇ ਨੇ, ਪੂਰੇ ਗੁਰੂ ਨੇ ਕਿਰਪਾ ਕੀਤੀ ਹੈ। ਦੇਖੋ, ਜਦੋਂ ਤੱਕ ਆਪਾਂ ਗੁਰੂ ਧਾਰਨ ਨਹੀਂ ਕਰਦੇ, ਭਾਵੇਂ ਸਾਰੀ ਉਮਰ ਆਈਏ ਜਾਈਏ, ਬਾਣੀ ਵੀ ਪੜ੍ਹੀਏ, ਕੋਈ ਆਤਮਕ ਅਵਸਥਾ ਨਹੀਂ ਬਣਦੀ। ਗੁਰੂ ਧਾਰਨ ਕਰਕੇ ਫਿਰ ਗੁਰੂ ਦੇ ਬਚਨਾਂ ਨੂੰ ਪੂਰੀ ਦ੍ਰਿੜਤਾ ਦੇ ਨਾਲ ਕਮਾਣਾ ਹੈ। ਕਿਉਂਕਿ ਬਹੁਤਾਤ ਗਿਣਤੀ ਉਹਨਾਂ ਦੀ ਵੀ ਹੈ ਜਿਹੜੇ ਗੁਰੂ ਤਾਂ ਧਾਰਨ ਕਰ ਲੈਂਦੇ ਨੇ, ਪਰ ਫਿਰ ਨਾ ਕੋਈ ਨਿਤਨੇਮ, ਨਾ ਕੋਈ ਨਾਮ ਅਭਿਆਸ। ਉਹ ਵੀ ਲੋਕ ਹਨ ਜਿਹੜੇ ਗੁਰੂ ਧਾਰਨ ਨਹੀਂ ਕਰਦੇ। ਦੂਸਰੇ ਉਹ ਨੇ ਗੁਰੂ ਧਾਰਨ ਕਰਕੇ ਨਾ ਕੋਈ ਨਾਮ ਬਾਣੀ ਦਾ ਅਭਿਆਸ, ਕੋਈ ਦ੍ਰਿੜਤਾ ਨਹੀਂ। ਇਸ ਕਰਕੇ ਉਹਨਾਂ ਦਾ ਜੀਵਨ ਜਦੋਂ ਵੇਖਿਆ ਜਾਵੇ ਤੇ ਮਨੁੱਖ ਆਉਂਦਾ ਆਖਦਾ ਫਿਰ ਹੁਣ ਅੰਮ੍ਰਿਤ ਛਕਣ ਦੀ ਲੋੜ ਕੀ ਹੈ? ਇਹ ਵੀ ਤਾਂ ਸਾਡੇ ਵਰਗਾ ਹੀ ਹੈ। ਇਹਦੀ ਅਵਸਥਾ ਵੀ ਕੋਈ ਚੇਂਜ ਨਹੀਂ ਹੋਈ। ਉਸੇ ਤਰ੍ਹਾਂ ਦੀਆਂ ਵਿਸ਼ਿਆਂ ਦੀਆਂ, ਵਿਕਾਰਾਂ ਦੀਆਂ ਗੱਲਾਂ, ਨਿੰਦਿਆ, ਚੁਗਲੀ, ਈਰਖਾ, ਦਵੈਸ਼, ਕੋਈ ਫਰਕ ਨਹੀਂ ਪਿਆ। ਤਾਂ ਫਿਰ ਫਾਇਦਾ ਕੀ ਹੋਇਆ ਗੁਰੂ ਧਾਰਨ ਦਾ? ਇਸ ਕਰਕੇ ਗੁਰਮੁਖੋ, ਜਿੱਥੇ ਆਪਾਂ ਗੁਰੂ ਧਾਰਨ ਕਰਨਾ ਅਤ ਲਾਜ਼ਮੀ ਹੈ, ਉੱਥੇ ਨਾਲ ਫਿਰ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ। ਮਹਾਰਾਜ ਕਹਿੰਦੇ ਜਿਵੇਂ ਕੋਈ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਪੂਰਾ ਗੁਰੂ ਉਹਦੇ ਤੇ ਕਿਰਪਾ ਕਰ ਦਿੰਦਾ ਹੈ। ਪੂਰੇ ਗੁਰ ਕਿਰਪਾ ਧਾਰੀ, ਤਾ ਗਤ ਭਈ ਹਮਾਰੀ। ਫਿਰ ਸਾਡੀ ਇਹ ਉੱਚੀ ਅਵਸਥਾ, ਗਤ ਮੈਨੇ ਅਵਸਥਾ, ਇਹ ਉੱਚੀ ਅਵਸਥਾ ਤਾਂ ਬਣੀ ਹੈ ਕਿਉਂਕਿ ਮੇਰੇ ਪੂਰੇ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਹੈ, ਸਾਨੂੰ ਮਾਰਗ ਦਰਸ਼ਨ ਕੀਤਾ। ਹਰ ਰੋਜ਼ ਸਤਿਗੁਰੂ ਜੀ ਵੇਖੋ ਸਾਡਾ ਮਾਰਗ ਦਰਸ਼ਨ ਕਰਦੇ ਨੇ, ਸਾਨੂੰ ਸਿੱਖਿਆ ਦਿੰਦੇ ਨੇ ਵੀ ਅੱਜ ਕੀ ਕਰਨਾ ਹੈ। ਜਦੋਂ ਆਪਾਂ ਹੁਕਮਨਾਮਾ ਸਾਹਿਬ ਸੁਣਦੇ ਹਾਂ ਨਾ, ਹੁਕਮਨਾਮਾ ਸਾਹਿਬ ਦੇ ਅੰਦਰ ਸਾਰੀ ਸਾਡੀ ਦਿਨ ਦੀ ਕਿਰਿਆ ਮਹਾਰਾਜ ਬਿਆਨ ਕਰ ਦਿੰਦੇ ਹਨ। ਤੋ ਪਾਤਸ਼ਾਹ ਫਰਮਾਨ ਕਰ ਰਹੇ ਨੇ, ਹਰ ਕੀ ਪ੍ਰੇਮ ਭਗਤ ਮਨ ਲੀਨਾ। ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਵਿੱਚ ਗੁਰਮੁਖਾਂ ਦਾ, ਉੱਤਮ ਜਗਿਆਸੂਆਂ ਦਾ ਮਨ ਲੀਨ ਹੋਇਆ ਹੈ। ਨਿਤ ਬਾਜੇ ਅਨਹਤ ਬੀਨਾ ਰਹਾਓ। ਉਹਨਾਂ ਦੇ ਹਿਰਦੇ ਵਿੱਚ ਰੋਜ਼ ਅਨਾਹਦ ਨਾਦ ਦੀ ਬੀਨਾ ਵੱਜਣ ਲੱਗ ਪਈ, ਨਾਦ ਵੱਜਣ ਲੱਗ ਪਿਆ। ਉਹ ਵਾਹਿਗੁਰੂ ਦਾ ਨਾਦ ਸੁਰਤੀ ਦੇ ਨਾਲ ਸੁਣਾਈ ਦਿੰਦਾ ਹੈ। ਬੜਾ ਕੁਝ ਇਸ ਬ੍ਰਹਿਮੰਡ ਦੇ ਵਿੱਚ ਚੱਲ ਰਿਹਾ ਹੈ, ਉਹ ਨਾ ਤਾਂ ਇਹਨਾਂ ਅੱਖਾਂ ਨਾਲ ਦਿਖਾਈ ਦਿੰਦਾ ਹੈ, ਨਾ ਇਹਨਾਂ ਕੰਨਾਂ ਨਾਲ ਸੁਣਾਈ ਦਿੰਦਾ ਹੈ। ਆਪਾਂ ਵੇਖਦੇ ਹਾਂ ਸਾਇੰਸਦਾਨਾਂ ਨੇ ਵੀ ਕੁਝ ਵੇਖਣਾ ਹੋਵੇ ਨਾ, ਤੇ ਉਹ ਖਾਸ ਤਰ੍ਹਾਂ ਦਾ ਦੂਰਬੀਨ ਜਾਂ ਮਾਈਕਰੋਸਕੋਪ ਜਿਹੜਾ ਹੈ ਉਹ ਵਰਤ ਕੇ ਪਦਾਰਥ ਨੂੰ ਵੇਖਦੇ ਨੇ। ਉਸ ਤੋਂ ਬਿਨਾਂ ਇਹਨਾਂ ਅੱਖਾਂ ਨਾਲ ਨਹੀਂ ਦਿਖਾਈ ਦਿੰਦਾ। ਕੁਝ ਸੁਣਨਾ ਹੋਵੇ ਤੇ ਕੰਨਾਂ ਨੂੰ ਵਿਸ਼ੇਸ਼ ਤਰ੍ਹਾਂ ਦੀ ਮਸ਼ੀਨ ਲਾ ਕੇ ਉਹ ਧਰਤੀ ਦੇ ਵਿੱਚੋਂ ਸੁਣਦੇ ਨੇ, ਪਾਣੀ ਦੇ ਵਿੱਚੋਂ, ਜਾਂ ਜਿਹੜੀ ਵੀ ਚੀਜ਼ ਖੋਜ ਕਰਨੀ ਹੁੰਦੀ ਹੈ
ਉਹ ਭਾਵੇਂ ਸਾਡੇ ਕੰਨਾਂ ਦੀ ਸਰੋਤ ਠੀਕ ਹੈ, ਅੱਖਾਂ ਦੀ ਜੋਤ ਠੀਕ ਹੈ, ਪਰ ਇਹਨਾਂ ਅਸਤੂਲ ਅੱਖਾਂ ਨਾਲੋਂ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਗੁਰਮੁਖੋ ਵਾਹਿਗੁਰੂ ਨਿਰੰਕਾਰ ਇਹਨਾਂ ਅਸਤੂਲ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਕੰਨਾਂ ਨਾਲ ਸੁਣਾਈ ਨਹੀਂ ਦਿੰਦਾ। ਜਦੋਂ ਕੋਈ ਸੁਰਤ ਜੋੜਦਾ ਹੈ, ਸੁਰਤ ਦੇ ਨਾਲ ਉਹ ਸੁਣਾਈ ਦਿੰਦਾ ਹੈ। ਮਨ ਔਰ ਬੁੱਧ ਦੀਆਂ ਅੱਖਾਂ ਨਾਲ ਉਹ ਵਾਹਿਗੁਰੂ ਦਿਖਾਈ ਦਿੰਦਾ ਹੈ। ਤੋ ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਅਨਾਹਦ ਨਾਦ ਦਾ ਨਾਦ ਵੱਜਣ ਲੱਗ ਜਾਂਦਾ ਹੈ। ਹਰ ਸਮੇਂ ਇੱਕ ਰਸ ਵਾਹਿਗੁਰੂ ਦੇ ਨਾਮ ਦੀ ਧੁਨ ਚੱਲ ਪੈਂਦੀ ਹੈ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਦੋਂ ਉਹਨਾਂ ਦੇ ਸਰੀਰ ਨੂੰ ਬਹੁਤ ਕਸ਼ਟ ਹੋਇਆ, ਡਾਕਟਰ ਨੇ ਚੈੱਕਅਪ ਕੀਤਾ, ਕੀ ਵੇਖਦਾ ਹੈ ਵੀ ਕੋਈ ਸਰੀਰ ਵਿੱਚ ਦੁੱਖ ਰੋਗ ਦਿਖਾਈ ਤਾਂ ਦਿੰਦਾ ਨਹੀਂ, ਪਤਾ ਨਹੀਂ ਲੱਗਦਾ। ਮਸ਼ੀਨ ਦੇ ਵਿੱਚ ਤਾਂ ਆਵਾਜ਼ ਕੇਵਲ ਵਾਹਿਗੁਰੂ ਧੁਨ ਆ ਰਹੀ ਹੈ, ਵਾਹਿਗੁਰੂ ਵਾਹਿਗੁਰੂ ਚੱਲ ਰਿਹਾ। ਸਰੀਰ ਵਿੱਚ ਜਿੱਥੇ ਵੀ ਉਹ ਲਾਉਂਦੇ ਨੇ ਮਸ਼ੀਨ, ਉੱਥੇ ਵਾਹਿਗੁਰੂ ਦਾ ਸਿਮਰਨ ਚੱਲ ਰਿਹਾ ਹੈ। ਨਾਮ ਦਾ ਸਿਮਰਨ ਕੀਤਾ ਐਸਾ ਅੰਦਰ ਅਨਾਹਦ ਨਾਦ ਹਰ ਸਮੇਂ। ਅਨਾਹਦ ਕਹਿੰਦੇ ਨੇ ਜਿਹੜਾ ਕਿਸੇ ਆਵਾਜ਼ ਤੋਂ, ਕਿਸੇ ਦੂਸਰੇ ਦੇ ਸਹਾਰੇ ਤੋਂ ਬਿਨਾਂ ਚੱਲ ਰਿਹਾ ਹੋਵੇ। ਦੋ ਤਰ੍ਹਾਂ ਦੀ ਆਵਾਜ਼, ਦੋ ਤਰ੍ਹਾਂ ਦਾ ਸ਼ਬਦ ਮੰਨਿਆ ਗਿਆ ਹੈ, ਆਹਤ ਤੇ ਅਨਾਹਤ। ਉਹਨੂੰ ਆਪਾਂ ਦੂਜੇ ਰੂਪ ਵਿੱਚ ਅਨਾਹਤ ਕਹਿੰਦੇ ਹਾਂ। ਆਹਤ ਜਿਵੇਂ ਆਪਾਂ ਤਾੜੀ ਮਾਰੀਏ, ਦੋ ਹੱਥਾਂ ਦੇ ਸੰਯੋਗ ਨਾਲ ਤਾੜੀ ਵੱਜਦੀ ਹੈ, ਇੱਕ ਨਾਲ ਤਾੜੀ ਨਹੀਂ ਵੱਜਦੀ। ਦੋ ਹੱਥ ਟਕਰਾਣਗੇ, ਇਹਨੂੰ ਆਹਤ ਕਹਿੰਦੇ ਨੇ, ਸ਼ਬਦ ਆਹਤ। ਦੋ ਚੀਜ਼ਾਂ ਦੇ ਟਕਰਾਉਣ ਨਾਲ ਜਿਹੜੀ ਆਵਾਜ਼ ਪੈਦਾ ਹੋਵੇ ਨਾ, ਉਹਨੂੰ ਆਹਤ ਕਹਿੰਦੇ ਨੇ। ਜਿਹੜੀ ਕਿਸੇ ਚੀਜ਼ ਦੇ ਟਕਰਾਅ ਤੋਂ ਬਿਨਾਂ ਹੈ, ਉਹਨੂੰ ਅਨਾਹਤ ਕਿਹਾ ਗਿਆ ਹੈ। ਜਿਵੇਂ ਹਵਾ ਚੱਲ ਰਹੀ ਹੈ ਨਾ, ਹਵਾ ਵੀ ਪੱਤਿਆਂ ਨਾਲ ਟਕਰਾਉਂਦੀ ਹੈ, ਕੰਧਾਂ ਨਾਲ ਟਕਰਾਉਂਦੀ ਹੈ ਤੇ ਆਵਾਜ਼ ਆਉਂਦੀ ਛਾਂ ਛਾਂ ਦੀ। ਜੇਕਰ ਉਹ ਨਾ ਟਕਰਾਵੇ ਤੇ ਉਹਦੀ ਆਵਾਜ਼ ਦਾ ਪਤਾ ਨਹੀਂ ਲੱਗਦਾ। ਕਿਸੇ ਚੀਜ਼ ਦੇ ਟਕਰਾਉਣ ਨਾਲ ਪੈਦਾ ਹੋਈ ਆਵਾਜ਼ ਉਹਨੂੰ ਆਹਤ ਕਿਹਾ ਗਿਆ ਹੈ। ਉਹਨੂੰ ਸਹਾਰਾ ਚਾਹੀਦਾ ਹੈ ਆਵਾਜ਼ ਕਰਨ ਵਾਸਤੇ। ਪਰ ਜਿਹੜਾ ਅਨਾਹਦ ਨਾਦ ਹੈ, ਇਹਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਕਿਉਂਕਿ ਇਹ ਵਾਹਿਗੁਰੂ ਤੋਂ ਵੱਜ ਰਿਹਾ ਹੈ, ਵਾਹਿਗੁਰੂ ਤੋਂ ਚੱਲ ਰਿਹਾ ਹੈ। ਉਹ ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਰਹਾਉ ਵਿਸ਼ਰਾਮ ਦੇ ਕੇ ਹਰ ਚਰਨ ਕੀ ਓਟ ਸਤਾਣੀ, ਸਭ ਚੂਕੀ ਕਾਣ ਲੋਕਾਣੀ। ਵਾਹਿਗੁਰੂ ਦੇ ਚਰਨਾਂ ਦੀ ਓਟ ਸਤਾਣੀ, ਮੈਨੇ ਸੱਤਾ ਵਾਲੀ ਬਲ ਵਾਲੀ। ਜਿਨ੍ਹਾਂ ਨੇ ਵਾਹਿਗੁਰੂ ਦੀ ਓਟ ਲੈ ਲਈ ਹੈ, ਵਾਹਿਗੁਰੂ ਦੇ ਚਰਨਾਂ ਦੀ ਓਟ ਲੈ ਲਈ ਹੈ, ਸਭ ਚੂਕੀ ਕਾਣ ਲੋਕਾਣੀ। ਲੋਕਾਂ ਦੀ ਮੁਤਾਜਗੀ ਨਹੀਂ ਰਹਿ ਜਾਂਦੀ। ਉਹ ਐਵੇਂ ਕਿਸੇ ਬੰਦੇ ਦੇ ਅੱਗੇ ਪਿੱਛੇ ਮੈਂ ਨਹੀਂ ਕਰਦੇ ਫਿਰਦੇ, ਉਹਦੀ ਖੁਸ਼ਾਮਦ ਨਹੀਂ ਕਰਦੇ, ਕਿਉਂਕਿ ਉਹ ਮੁਤਾਜਗੀ ਤੋਂ ਬਿਨਾਂ ਹੋ ਗਏ ਨੇ, ਬੇਪਰਵਾਹ ਹੋ ਗਏ ਨੇ। ਉਹਨਾਂ ਨੂੰ ਕਿਸੇ ਦੀ ਮੁਤਾਜਗੀ ਨਹੀਂ ਰਹਿ ਗਈ। ਜਗ ਜੀਵਨ ਦਾਤਾ ਪਾਇਆ, ਹਰ ਰਸਕ ਰਸ ਗੁਣ ਗਾਇਆ। ਜਗ ਜੀਵਨ ਸ਼ਬਦ ਤੋਂ ਹੀ ਪਤਾ ਲੱਗਦਾ ਹੈ। ਵਾਹਿਗੁਰੂ ਸਾਰੇ ਹੀ ਜਗ ਦਾ ਜੀਵਨ ਹੈ, ਸਾਰੇ ਹੀ ਸੰਸਾਰ ਦਾ ਜੀਵਨ ਹੈ, ਤਾਂ ਉਹਨੂੰ ਜਗ ਜੀਵਨ ਕਿਹਾ ਗਿਆ ਹੈ। ਵਾਹਿਗੁਰੂ ਸਾਰੇ ਹੀ ਜਗਤ ਦਾ ਜੀਵਨ ਹੈ, ਦਾਤਾ ਹੈ। ਉਸ ਵਾਹਿਗੁਰੂ ਨੂੰ ਅਸੀਂ ਪਾਲਿਆ ਹੈ। ਹਰ ਰਸਕ ਰਸਕ ਗੁਣ ਗਾਇਆ। ਕਿਵੇਂ ਪ੍ਰਾਪਤ ਹੋਇਆ ਹੈ? ਬੜੇ ਹੀ ਰਸ ਲੈ ਲੈ ਕੇ ਉਹਦੇ ਨਾਮ ਨੂੰ ਗਾਇਆ, ਵਾਹਿਗੁਰੂ ਵਾਹਿਗੁਰੂ। ਆਪਾਂ ਵੇਖਦੇ ਹਾਂ ਵੀ ਜਿਹੜੀ ਬਾਣੀ ਪੜ੍ਹਨੀ ਸੀ, ਨਾਮ ਜਪਣਾ ਸੀ, ਇਹ ਸਹਿਜ ਅਵਸਥਾ ਸੀ, ਪਰ ਆਪਾਂ ਇਹ ਵੀ ਕਰਮ ਕਾਂਡ ਬਣਾ ਦਿੱਤਾ। ਛੇਤੀ ਛੇਤੀ ਪੜ੍ਹਨਾ ਹੈ। ਇਹ ਤਾਂ ਬੜਾ ਰਸ ਲੈ ਲੈ ਕੇ ਨਾਮ ਜਪੋ, ਬਾਣੀ ਪੜ੍ਹੋ, ਓਨਾ ਜ਼ਿਆਦਾ ਲਾਭ, ਓਨਾ ਜ਼ਿਆਦਾ ਆਨੰਦ। ਰੋਟੀਆਂ ਕਿੰਨੀਆਂ ਖਾਧੀਆਂ ਨੇ, ਇਹ ਗੱਲ ਵੱਡੀ ਨਹੀਂ ਹੈ ਵੀ ਉਹ ਤੁਹਾਡੇ ਸਰੀਰ ਨੂੰ ਤਾਕਤ ਦੇਣ। ਰੋਟੀ ਤਾਂ ਇੱਕ ਵੀ ਖਾ ਲਈ, ਪਰ ਡਾਕਟਰ ਵੀ ਕਹਿੰਦੇ ਨੇ ਉਹਨੂੰ ਚਿੱਥ ਚਿੱਥ ਕੇ ਚੰਗੀ ਤਰ੍ਹਾਂ ਖਾਓ,
रोटी तो एक ਚੱਜ ਨਾਲ खा ली, वो भी तुहाडे शरीर नूं सारा दिन एनर्जी देवेगी। सारा दिन एक रोटी नूं भी चित चित के चंगी तरह खा लो, पर 5-7 रोटियां भी खा लियां पर उन्होंने खाण दा तरीका वधिया नहीं सी, तां सारा दिन पेट आपड़िया रहिंदा है। वाहिगुरू दा नाम भी इस तरह सहज नाल जपना है। बड़ा छेती छेती नितनेम दा जिहड़ी है घुमा दित्ती बई इन्नियां बाणियां पढ़ लियां ने, सारा दिन फिर आकड़िया फिरदा मैं इन्ना नितनेम कर लिया, इन्नियां बाणियां पढ़ लियां ने। उन्हां बाणियां दी कोई आत्मक खुराक नहीं बनी, अंदर आत्मक शक्ति नहीं बनी, क्योंकि उस नाल ते आफर गया होर भी मैं तां 50 बाणियां पढ़ लियां ने, मैं 20 बाणियां पढ़ लियां, मैं 10 बाणियां पढ़ लियां ने। तो महाराज सच्चे पातशाह जी कहते गुरमुखां ने वाहिगुरू दा नाम हर रसक रसक गुण गाया। बड़ा रस लै लै के वाहिगुरू दे गुणां नूं गाया है। प्रभ काटिया जम का फासा, उन्हां दा फिर वाहिगुरू ने जमां दा फाहा कट दिता। जम किहड़े जिहड़े वकार रूपी जम सानू चिंबड़े हुए ने हर समय, क्योंकि जगियासू सवाल आपां कर दिंदे आ भी जम तो बंदा मरेगा फिर वेखी जाएगी, हुण किहड़े जमां दा फाहा कटिया है। सानू जम हर समय चिंबड़े ने, 5 वकार ये सानू बंदगी नहीं करन देंदे। वाहिगुरू दी बंदगी कीती, उन्हें साडे जामां दा फाहा कटता, इन्हां नूं दूर कर दिता। ते जिन्हां दा दूर हो गया वो हर समय नाम जपी जांदे ने, बाणी पढ़दे ने। जिन्हां नूं चिंबड़े होए ने जम, ओहदा मत्था टेकण भी नहीं आ सकदे। ये निशानियां हैं, क्यों नहीं मत्था टेकण आ सकते? उन्हां दा कसूर नहीं, वो जम चिंबड़े हुए ने, उन्हां नूं आव नहीं दिंदे। ਉਹਦਾ मन करदा मैं जावां गुरुद्वारे, वो खिच के फिर बिठा लैंदे ने, बह जा टीवी दे अगे वेख लै 10 मिनट नाटक। जे अज तां टीवी की लोड़ ही नहीं है। अजकल का बंदा सवेरे उठदियां ही कहता चल पहला मोबाइल खोल के वेखीए, फेसबुक व्हाट्सएप ये वेखीए चीज़ां, क्योंकि वो जम कहते हैं भी तू ये काम कर पहला, फिर जाई गुरुद्वारे, फिर वेखांगे। मुड़ के टाइम लंघ जाता, कहते चलो छड्डो परां। तो जिन्हां गुरमुखां ते किरपा हुई उन्हां दा ये फाहा कटिया गया। वो तो बड़ी शरधा नाल कहते मैल नूं बाद च ही देखांगे, दिने पहला अंमृत वेले उठ के इशनान करके नितनेम करिए, गुरुद्वारे जाइए, संगत करिए। कारण उन्हां दा जमां दा फाहा कटिया गया है। प्रभ काटिया जम का फासा, मन पूर्ण होई आसा। उन्हां दे मन दी हर एक आसा पूरी हुई, जय पेखा तै सोई। हर प्राबिन अवर ना कोई, वो जिथे भी वेखण उन्हां नूं रब फिर नज़र आउण लग जाता है। वाहिगुरू तो बिना होर कोई है ही नहीं। ऐसी गुरमुखां नूं उच्ची आत्मक अवस्था प्राप्त हो जाती है। कर किरपा प्रभ राखे, सब जन्म जन्म दुख लाते। वाहिगुरू ने किरपा करके रखिया कीती है। आप रख लिया, अपने सेवकां नूं बचा लिया। सब जन्म जन्म दुख लाथे, सारे जन्मां जन्मां दे दुख लै गए। कई बार मनुख सोचता है मैं इस जन्म विच माड़ा नहीं कीता ते मैनूं दुख क्यों मिल रहा है। आपां कई बार सोचते हैं भी मैं कदी माड़ा ते कीता नहीं, ये जन्मां जन्मां दे पिछले दुख चले आ रहे हैं। महाराज कहते नाम जपण दे नाल वो पिछले जन्मां दे जिहड़े दुख तेरे बाकी पे सी अजे भुगतने सी। जिवें जदों संकेत मंडी दा राजा हरी सैन गुरु अर्जन देव महाराज जी दे कोल आया ते सतगुरु गुरु अर्जन देव महाराज जी दे दरबार विच उन्हें कुछ समा बताया, कुछ दिन। एक दिन सतगुरु के दरबार विच कीर्तन हो रहा सी। लेख ना मिटी है सकी जो लिखिया करतार। उन्हें सतगुरु की ये बाणी सुनी तो उहदे मन में शंका आ गई भी फिर बाणी पढ़न का फायदा की है, फिर गुरुद्वारे जाण का फायदा की, सेवा करन का फायदा की जे साडे लेख ही नहीं मिटने। गल तां ठीक है, सवाल तां ठीक है भी जे आपां लेख ही नहीं मिटने फिर संगत में आउण दा फायदा की है। तां साध संगत
ਉਹਨੇ ਸਵਾਲ ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਿਆ, ਪਾਤਸ਼ਾਹ ਵੀ ਇਹ ਜੇ ਲੇਖ ਮਿਟਣੇ ਹੀ ਨਹੀਂ ਫਿਰ ਸੰਗਤ ਵਿੱਚ ਆਉਣ ਦਾ ਫਾਇਦਾ ਕੀ ਹੈ? ਬਾਣੀ ਪੜ੍ਹਨ ਦਾ ਫਿਰ ਕੀ ਲਾਭ ਹੈ? ਨਾਮ ਜਪਣ ਦਾ ਫਿਰ ਕੀ ਲਾਭ ਹੋਇਆ? ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਸਮਝਾ ਦਿਆਂਗੇ। ਅਗਲੇ ਦਿਨ ਸੈਰ ਨੂੰ ਗਏ। ਸਤਿਗੁਰੂ ਜੀ ਵੀ ਘੋੜੀ ਤੇ ਸਵਾਰ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਸੰਗਤਾਂ ਨੂੰ ਸ਼ਾਇਦ ਪਤਾ ਹੋਵੇਗਾ, ਗੁਰੂ ਅਰਜਨ ਦੇਵ ਮਹਾਰਾਜ ਜੀ ਬਹੁਤ ਵਧੀਆ ਜਿਹੜੇ ਸਨ ਘੋੜ ਸਵਾਰ ਵੀ ਸਨ। ਕੇਵਲ ਘੋੜ ਸਵਾਰੀ ਨਹੀਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਚੰਗੀ ਤਰ੍ਹਾਂ ਸ਼ਸਤਰ ਚਲਾਉਣਾ ਵੀ ਜਾਣਦੇ ਸਨ। ਬਾਬਾ ਬੁੱਢਾ ਸਾਹਿਬ ਜੀ ਤੋਂ ਸਿੱਖਿਆ ਲਈ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਘੋੜ ਸਵਾਰੀ ਦੀ, ਸ਼ਸਤਰ ਚਲਾਉਣ ਦੀ। ਇਸੇ ਕਰਕੇ ਜਦੋਂ ਉਹਨਾਂ ਦੇ ਘਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਰਨ ਹੁੰਦਾ ਹੈ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਰਗੋਬਿੰਦ ਸਾਹਿਬ ਜਦੋਂ ਕੁਝ ਸਾਲਾਂ ਦੇ ਹੋਏ ਤੇ ਉਹਨਾਂ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਂਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਨੂੰ ਤੁਸੀਂ ਸ਼ਸਤਰ ਚਲਾਉਣਾ, ਘੋੜ ਸਵਾਰੀ, ਇਹ ਸਾਰੀਆਂ ਚੀਜ਼ਾਂ ਸਿਖਾਓ। ਸ਼ਾਇਦ ਆਪਾਂ ਨੂੰ ਇਹ ਗੱਲ ਦਾ ਵੀ ਪਤਾ ਨਹੀਂ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਬਹੁਤ ਵਧੀਆ ਸ਼ਸਤਰ ਚਲਾਉਣਾ ਜਾਣਦੇ ਸੀ, ਘੋੜ ਸਵਾਰ ਸਨ ਬਾਬਾ ਬੁੱਢਾ ਸਾਹਿਬ ਜੀ। ਇਸੇ ਕਰਕੇ ਉਹ ਛੇਵੇਂ ਪਾਤਸ਼ਾਹ ਜੀ ਨੂੰ ਇਹ ਸਿਖਲਾਈ ਦਿੰਦੇ ਹਨ। ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦਾ ਇਹ ਵੀ ਇੱਕ ਬਹੁਤ ਵੱਡਾ ਪੱਖ ਹੈ। ਤਾਂ ਸਤਿਗੁਰੂ ਜੀ ਵੀ ਜਦੋਂ ਗਏ ਨਾਲ ਸ਼ਿਕਾਰ ਦੇਖਿਆ, ਰਾਜੇ ਹਰੀ ਸੈਨ ਨੇ ਉਹ ਸ਼ਿਕਾਰ ਦੇ ਪਿੱਛੇ ਆਪਣਾ ਘੋੜਾ ਦੜਾਇਆ। ਬਹੁਤ ਦੂਰ ਲੰਘ ਗਿਆ, ਸਤਿਗੁਰਾਂ ਨੂੰ ਆਪਣੇ ਸੈਨਿਕਾਂ ਨੂੰ ਵੀ ਪਿੱਛੇ ਛੱਡ ਗਿਆ ਜੰਗਲ ਦੇ ਵਿੱਚ। ਉੱਥੇ ਫਿਰ ਇੱਕ ਕੌਤਕ ਵਰਤਦਾ ਹੈ ਜੋ ਇਤਿਹਾਸ ਦੇ ਵਿੱਚ ਦਰਜ ਹੈ। ਸਤਿਗੁਰੂ ਜੀ ਉੱਥੇ ਮਾਇਆ ਵਰਤਾਉਂਦੇ ਨੇ ਇਹਨੂੰ ਸਮਝਾਉਣ ਵਾਸਤੇ। ਇਹਨੂੰ ਬਹੁਤ ਪਿਆਸ ਲੱਗਦੀ ਹੈ, ਪਾਣੀ ਟਟੋਲਦਾ ਹੈ, ਕੀ ਵੇਖਦਾ? ਦੂਰ ਇੱਕ ਨਗਰ ਦਿਖਾਈ ਦਿੱਤਾ ਹੈ, ਉਹਦੇ ਬਾਹਰ ਇੱਕ ਟੋਭਾ ਪਾਣੀ ਦਾ ਭਰਿਆ, ਉੱਥੇ ਜਾਂਦਾ ਹੈ, ਪਾਣੀ ਪੀਂਦਾ ਤੇ ਉੱਥੇ ਇੱਕ ਪੀਲੂ ਦਾ ਦਰਖਤ ਹੈ, ਉਹਦੇ ਥੱਲੇ ਵਿਸ਼ਰਾਮ ਕਰਨ ਲੱਗ ਜਾਂਦਾ ਹੈ। ਨਗਰ ਵਿੱਚੋਂ 5-7 ਬੱਚੇ ਆਉਂਦੇ ਨੇ, ਇਹਨੂੰ ਘੇਰ ਲੈਂਦੇ ਨੇ ਵੀ ਤੂੰ ਤਾਂ ਸਾਡਾ ਪਿਤਾ ਹੈ। ਰੌਲਾ ਪੈ ਜਾਂਦਾ, ਨਗਰ ਦੇ ਲੋਕ ਆ ਜਾਂਦੇ ਨੇ ਤੇ ਕਹਿੰਦੇ ਵੀ ਤੂੰ ਸੱਤੂ ਭੰਗੀ, ਤੂੰ ਸਾਡੇ ਨਾਲ ਚੰਗਾ ਕੀਤਾ, ਤੂੰ ਕਿੱਥੇ ਚਲਾ ਗਿਆ ਸੀ? ਅਸੀਂ ਤਾਂ ਤੇਰੇ ਬਿਨਾਂ ਬੜੇ ਔਖੇ ਸੀ, ਕਿਉਂਕਿ ਉਹਦੇ ਨਾਲ ਉਸੇ ਸ਼ਕਲ ਦਾ ਬੰਦਾ ਉਸ ਨਗਰ ਵਿੱਚ ਉਸ ਨਗਰ ਦਾ ਗੋਹਾ ਕੂੜਾ ਸੱਟਿਆ ਕਰਦਾ ਸੀ। ਸਤਿਗੁਰੂ ਜੀ ਵੀ ਉੱਥੇ ਪਹੁੰਚ ਜਾਂਦੇ ਨੇ, ਉਹ ਸਾਰੇ ਲੋਕ ਉਸ ਨੂੰ ਘੇਰ ਲੈਂਦੇ ਨੇ। ਉਹਦੇ ਘਰ ਵਾਲੀ ਵੀ ਆ ਜਾਂਦੀ, ਕਹਿੰਦੀ ਤੂੰ ਮੇਰਾ ਪਤੀ ਹੈ। ਬੱਚੇ ਕਹਿੰਦੇ ਤੂੰ ਸਾਡਾ ਪਿਤਾ ਹੈ। ਤਾਂ ਇੰਨੇ ਨੂੰ ਸਤਿਗੁਰੂ ਜੀ ਵੀ ਆ ਜਾਂਦੇ ਨੇ। ਸਤਿਗੁਰੂ ਜੀ ਫਿਰ ਉਸ ਨੂੰ ਉੱਥੋਂ ਛਡਾਉਂਦੇ ਨੇ ਵੀ ਭਾਈ ਇਹ ਤੁਹਾਡਾ ਸੱਤੂ ਭੰਗੀ ਨਹੀਂ ਹੈ, ਇਹ ਰਾਜਾ ਹਰੀ ਸੈਨ ਹੈ। ਉਹਨੂੰ ਵਾਪਸ ਲੈ ਕੇ ਆਉਂਦੇ ਨੇ ਮਹਾਰਾਜ ਤੇ ਉਹ ਫਿਰ ਪੁੱਛਦਾ ਮਹਾਰਾਜ ਇਹ ਕੀ ਕਾਰਨ? ਸਤਿਗੁਰੂ ਜੀ ਕਹਿੰਦੇ ਤੇਰੇ ਮਨ ਵਿੱਚ ਇਹ ਸਵਾਲ ਸੀ ਸੇਵਾ ਕਰਨ ਦਾ, ਸਿਮਰਨ ਕਰਨ ਦਾ, ਬਾਣੀ ਪੜ੍ਹਨ ਦਾ। ਕੀ ਫਾਇਦਾ ਹੈ ਜੇਕਰ ਲੇਖ ਨਹੀਂ ਮਿਟਣੇ? ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਤਾਂ ਸਤਿਗੁਰੂ ਜੀ ਕਹਿੰਦੇ ਜੋ ਵਾਹਿਗੁਰੂ ਨੇ ਸਾਡੇ ਮਸਤਕ ਤੇ ਲਿਖ ਦਿੱਤਾ ਉਹ ਮਿਟ ਨਹੀਂ ਸਕਦਾ, ਕਦੇ ਵੀ ਨਹੀਂ ਮਿਟ ਸਕਦਾ, ਕੋਈ ਵੀ ਨਹੀਂ ਮਿਟਾ ਸਕਦਾ ਉਹਨੂੰ। ਜੋ ਵਾਹਿਗੁਰੂ ਨੇ ਲਿਖਿਆ ਨਾ ਜੀਵ ਦੇ ਕਰਮਾਂ ਦੇ ਮੁਤਾਬਕ, ਉਹਨੂੰ ਕੋਈ ਨਹੀਂ ਮਿਟਾ ਸਕਦਾ। ਪਰ ਗੁਰੂ ਵਿੱਚ ਇਹ ਪਾਵਰ ਹੈ, ਗੁਰੂ ਦੀ ਬਾਣੀ ਵਿੱਚ, ਸੇਵਾ ਵਿੱਚ, ਸਿਮਰਨ ਵਿੱਚ ਇਹ ਪਾਵਰ ਹੈ ਕਿ ਜੇ ਉਹ ਸੂਲੀ ਤੇ ਚੜ੍ਹਨਾ ਸੀ ਉਹ ਸੂਲ ਚੁਭਣ ਨਾਲ ਕੱਟਿਆ ਜਾਂਦਾ ਹੈ। ਲੇਖ ਮਿਟਿਆ ਤੇ ਨਹੀਂ, ਬਹੁਤ ਵੱਡੀ ਸਜ਼ਾ ਮਿਲਣੀ ਸੀ, ਪਰ ਉਹ ਸੇਵਾ ਸਿਮਰਨ ਕਰਨ ਦੇ ਨਾਲ ਘਟ ਕੇ ਛੋਟੀ ਜੀ ਰਹਿ ਗਈ। ਸਰੀਰ ਨੂੰ ਖੇਦ ਬਹੁਤ ਹੋਇਆ, ਬਹੁਤ ਖੇਦ ਹੋਣਾ ਸੀ, ਬਹੁਤ ਸੰਤਾਪ ਹੰਢਾਣਾ ਸੀ, ਪਰ ਸੇਵਾ ਸਿਮਰਨ ਕਰਨ ਦੇ ਨਾਲ ਉਹ ਸੰਤਾਪ ਬਿਲਕੁਲ ਨਾ ਮਾਤਰ ਰਹਿ ਗਿਆ। ਮਿਟਦਾ ਨਹੀਂ ਹੈ ਲੇਖ, ਪਰ ਉਹਨੂੰ ਗੁਰਬਾਣੀ ਸਿਮਰਨ ਕਰਨ ਦੇ ਨਾਲ, ਸੇਵਾ ਕਰਨ ਨਾਲ
ਉਹ ਨਾ ਮਾਤਰ ਰਹਿ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਅਗਲਾ ਜਨਮ ਭੰਗੀਆਂ ਦੇ ਘਰ ਹੋਣਾ ਸੀ, ਤੂੰ ਗੋਹਾ ਕੂੜਾ ਕਰਿਆ ਕਰਨਾ ਸੀ। ਗੁਰੂ ਘਰ ਦੀ ਤੂੰ ਸੇਵਾ ਕੀਤੀ, ਤੇਰਾ ਉਹ ਸਾਰਾ ਸੁਪਨੇ ਦੇ ਵਿੱਚ ਕੱਟਿਆ ਗਿਆ, ਕਿਉਂਕਿ ਇਹਨੂੰ ਸੁਪਨਾ ਆਇਆ ਸੀ ਰਾਤ ਨੂੰ ਸੁੱਤਿਆਂ ਪਿਆ। ਉਹ ਪਰਿਵਾਰ ਇਹਨੇ ਦੇਖਿਆ, ਸਾਰਾ ਕੁਝ ਦੇਖਿਆ ਸੀ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਉਹਨਾਂ ਨੇ ਕਿਰਪਾ ਕੀਤੀ, ਸਾਡੀ ਰਾਖੀ ਕੀਤੀ। ਜਨਮ ਜਨਮ ਦੇ ਦੁੱਖ ਜਿਹੜੇ ਸੀ ਉਹ ਲੈ ਗਏ, ਜਿਹੜੇ ਪਿਛਲੇ ਜਨਮਾਂ ਦੇ ਭੋਗਣੇ ਸੀ ਦੁੱਖ ਅੱਗੇ ਹਜੇ ਹੋਰ, ਉਹ ਸਾਰੇ ਜਨਮ ਜਨਮ ਦੇ ਦੁੱਖ ਲੈ ਗਏ। ਨਿਰਭਉ ਨਾਮ ਧਿਆਇਆ, ਵਾਹਿਗੁਰੂ ਦਾ ਨਿਰਭਉ ਨਾਮ ਧਿਆਇਆ, ਅਟਲ ਸੁਖ ਨਾਨਕ ਪਾਇਆ। ਉਹ ਸੁਖ ਪਾ ਲਿਆ ਜਿਹੜਾ ਸੁਖ ਕਦੇ ਟਲਦਾ ਨਹੀਂ, ਖਤਮ ਨਹੀਂ ਹੁੰਦਾ। ਵਾਹਿਗੁਰੂ ਦਾ ਨਾਮ ਜਪ ਕੇ ਸੁਖ ਤਾਂ ਆਪਾਂ ਨੂੰ ਮਿਲਦਾ ਹੈ, ਆਪਾਂ ਕੋਈ ਪਦਾਰਥ ਛਕੀ ਉਹਦੇ ਵਿੱਚੋਂ ਵੀ ਸੁਖ ਮਿਲਦਾ ਹੈ, ਸਾਰੀਆਂ ਚੀਜ਼ਾਂ ਵਿੱਚੋਂ ਸੁਖ ਮਿਲਦਾ ਹੈ, ਪਰ ਇਹ ਸੁਖ ਥੋੜ੍ਹੇ ਸਮੇਂ ਵਾਸਤੇ ਹੁੰਦਾ ਹੈ। ਕੋਈ ਚੀਜ਼ ਆਪਾਂ ਛਕ ਰਹੇ ਹਾਂ ਪਦਾਰਥ, ਸੁੱਖ ਉਹਦਾ ਵੀ ਮਿਲ ਰਿਹਾ ਹੈ, ਪਰ ਉਹ ਸੁੱਖ ਓਨਾ ਚਿਰ ਹੀ ਹੈ ਜਿੰਨਾ ਚਿਰ ਆਪਾਂ ਉਸ ਨੂੰ ਛਕ ਰਹੇ ਹਾਂ, ਭੋਗ ਰਹੇ ਹਾਂ, ਮੁੜ ਕੇ ਉਹ ਖਤਮ ਹੋ ਜਾਂਦਾ ਹੈ। ਜਿਵੇਂ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਹਾਲ ਦੇ ਅੰਦਰ ਬੈਠੇ ਹਾਂ ਨਾ, ਏਸੀ ਚੱਲ ਰਹੇ ਨੇ, ਇੰਨਾ ਚਿਰ ਹੀ ਠੰਡ ਹੈ ਜਿੰਨਾ ਚਿਰ ਅੰਦਰ ਬੈਠੇ ਹਾਂ, ਜਦੋਂ ਬਾਹਰ ਨਿਕਲ ਗਏ ਤੇ ਫਿਰ ਗਰਮੀ ਲੱਗਣ ਲੱਗ ਜਾਣੀ ਹੈ ਨਾ। ਇਹ ਅਟਲ ਸੁੱਖ ਨਹੀਂ ਹੈ, ਇਹ ਸੀਮਤ ਹੈ। ਜਿੰਨਾ ਸਮਾਂ ਬੈਠੇ ਹਾਂ ਓਨਾ ਚਿਰ ਵਾਹਿਗੁਰੂ ਦਾ ਨਾਮ ਜਪ ਕੇ ਅਟਲ ਸੁੱਖ ਮਿਲ ਜਾਂਦਾ ਹੈ, ਜੋ ਚਰਖੜੀਆਂ 'ਤੇ ਚੜ੍ਹ ਕੇ ਵੀ ਖਤਮ ਨਹੀਂ ਹੁੰਦਾ, ਦੋ ਦੇਗਾਂ ਵਿੱਚ ਉਬਲ ਕੇ ਵੀ ਖਤਮ ਨਹੀਂ ਹੁੰਦਾ, ਉਹ ਸੁੱਖ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸੋਠ ਮਹੱਲਾ ਪੰਜਵਾਂ ਅਗਲੇਰਾ ਸ਼ਬਦ ਫਰਮਾਨ ਕਰਦੇ ਨੇ, ਠਾਠ ਪਾਈ ਕਰਤਾਰੇ। ਵਾਹਿਗੁਰੂ ਪਰਮਾਤਮਾ ਨੇ ਆਪਣੇ ਭਗਤਾਂ ਦੇ ਹਿਰਦੇ ਵਿੱਚ ਠੰਡ ਪਾ ਦਿੱਤੀ, ਤਾਪ ਛੋੜ ਗਿਆ ਪਰਵਾਰੇ। ਜਿਹੜਾ ਵਿਕਾਰਾਂ ਦਾ ਹੋਮਿਆਂ ਦੇ ਅੰਦਰ ਤਾਪ ਚੜ੍ਹਿਆ ਹੋਇਆ ਸੀ, ਸਾਡੀਆਂ ਅੱਖਾਂ ਨੂੰ ਵਿਕਾਰ ਵੇਖਣ ਦਾ, ਕੰਨਾਂ ਨੂੰ ਵਿਕਾਰਾਂ ਦੀਆਂ ਗੱਲਾਂ ਸੁਣਨ ਦਾ ਤਾਪ ਚੜ੍ਹਿਆ ਸੀ, ਸਾਰੇ ਸਰੀਰਕ ਇੰਦਰੀਆਂ ਨੂੰ ਰਸਨਾ ਨੂੰ ਭੋਗਣ ਦਾ ਤਾਪ ਚੜ੍ਹਿਆ ਸੀ। ਇਹ ਸਾਰਾ ਪਰਿਵਾਰ ਹੈ ਸਰੀਰ ਦਾ, ਅੱਖਾਂ, ਨੱਕ, ਕੰਨ ਇਤਿਆਦਿਕ, ਇਹ ਸਾਰੇ ਪਰਿਵਾਰ ਦਾ ਤਾਪ ਲੈ ਗਿਆ, ਸਾਰਾ ਸਰੀਰ ਸੁਖੀ ਹੋਇਆ। ਗੁਰ ਪੂਰੈ ਰਾਖੀ, ਸਰਣ ਸੱਚੇ ਕੀ ਤਾਕੀ। ਮਹਾਰਾਜ ਕਹਿੰਦੇ ਗੁਰੂ ਪੂਰੇ ਨੇ ਸਾਡੀ ਇੱਜ਼ਤ ਰੱਖ ਲਈ, ਆਪਣੇ ਸੇਵਕਾਂ ਦੀ ਵਿਕਾਰਾਂ ਤੋਂ ਬਚਾ ਲਿਆ, ਕਿਉਂਕਿ ਪੂਰੇ ਗੁਰੂ ਨੇ ਸਾਨੂੰ ਸੱਚੇ ਵਾਹਿਗੁਰੂ ਦੀ ਓਟ ਦਿਖਾ ਦਿੱਤੀ ਵੀ ਉਸ ਓਟ ਵਿੱਚ ਜਾਣ ਦਾ ਕਿੰਨਾ ਤੁਹਾਨੂੰ ਲਾਭ ਹੈ। ਤਾਂ ਉਸ ਵਾਹਿਗੁਰੂ ਦੇ ਚਰਨਾਂ ਦੀ ਓਟ ਟੱਕ ਲਈ, ਉਹਦੇ ਓਟ ਵਿੱਚ ਚਲੇ ਗਏ। ਪਰਮੇਸ਼ਰ ਆਪ ਹੋਆ ਰਖਵਾਲਾ, ਵਾਹਿਗੁਰੂ ਆਪ ਆਪਣੇ ਸੇਵਕਾਂ ਦਾ ਰਖਵਾਲਾ ਬਣਦਾ ਹੈ। ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੋਆ ਸਦਾ ਸੁਖਾਲਾ ਰਹਾਓ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਆ ਗਈ, ਸਹਿਜ ਅਵਸਥਾ ਆ ਗਈ, ਸੁੱਖ ਆ ਗਿਆ। ਮਹਾਰਾਜ ਕਹਿੰਦੇ ਮਨ ਸਦਾ ਸੁਖਾਲਾ ਹੋ ਗਿਆ। ਐਸਾ ਵਾਹਿਗੁਰੂ ਦਾ ਨਾਮ ਹੈ, ਹਰ ਹਰ ਨਾਮ ਦਿਓ ਦਾਰੂ, ਤਿਨ ਸਗਲਾ ਰੋਗ ਵਿਦਾਰੂ। ਵਾਹਿਗੁਰੂ ਪਰਮਾਤਮਾ ਦਾ ਨਾਮ ਦੇਤਾ, ਸੱਚੇ ਗੁਰੂ ਨੇ ਨਾਮ ਦੀ ਐਸੀ ਦਵਾਈ ਦੇ ਦਿੱਤੀ, ਤਿਨ ਸਗਲਾ ਰੋਗ ਵਿਦਾਰੂ। ਸਾਰੇ ਹੀ ਰੋਗ ਸਰੀਰ ਦੇ ਵੀ ਔਰ ਮਨ ਦੇ ਵੀ ਦੂਰ ਕਰ ਦਿੱਤੇ, ਆਪਣੀ ਕਿਰਪਾ ਧਾਰੀ, ਤਿਨ ਸਗਲੀ ਬਾਤ ਸਵਾਰੀ। ਵਾਹਿਗੁਰੂ ਨੇ ਆਪਣੇ ਭਗਤਾਂ 'ਤੇ ਆਪਣੀ ਕਿਰਪਾ ਕੀਤੀ ਹੈ, ਉਹਨਾਂ ਦੀਆਂ ਸਾਰੀਆਂ ਬਾਤਾਂ, ਸਾਰੀਆਂ ਗੱਲਾਂ, ਸਾਰੇ ਕਾਰਜ ਸਵਾਰੇ ਹਨ। ਪ੍ਰਭ ਆਪਣਾ ਬਿਰਦ ਸੰਵਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਇਹ ਜਿਹੜੀ ਬਖਸ਼ਿਸ਼ ਹੋਈ ਹੈ, ਇਹ ਸਾਡੇ ਨਾਮ ਜਪਣ ਕਰਕੇ ਨਹੀਂ ਹੋਈ, ਕਿਉਂਕਿ ਫਿਰ ਤਾਂ ਕੀਮਤ ਹੋ ਗਈ ਵੀ ਇੰਨਾ ਚਿਰ ਨਾਮ ਜਪ ਕੇ ਇਹ ਚੀਜ਼ ਮਿਲ ਜਾਵੇਗੀ। ਨਾਮ ਅਸੀਂ ਜ਼ਰੂਰ ਜਪਿਆ ਗੁਰੂ ਦੀ ਕਿਰਪਾ ਨਾਲ, ਪਰ ਵਾਹਿਗੁਰੂ ਨੇ ਆਪਣਾ ਬਿਰਦ ਸੰਭਾਲਿਆ। ਬਿਰਦ ਮੈਨੇ ਉਹਦਾ ਸੁਭਾਅ ਹੈ ਕਿ ਕੋਈ ਜੀਵ ਉਹਨੂੰ ਪੁਕਾਰੇ, ਭਾਵੇਂ ਉਹ ਕਿੰਨਾ ਵੀ ਔਗਣਾ ਦਾ ਭਰਿਆ ਹੋਵੇ, ਉਹ ਫਿਰ ਗੁਣਾ ਔਗਣਾ ਵੱਲ ਨਹੀਂ ਵੇਖਦਾ ਵੀ ਇਸ ਬੰਦੇ ਵਿੱਚ ਕਿੰਨੇ ਕੁ ਗੁਣ ਨੇ ਜਾਂ ਔਗਣ ਨੇ। ਵਾਹਿਗੁਰੂ ਇਹ ਵੇਖਦਾ ਵੀ ਇਹ ਮੈਨੂੰ ਪੁਕਾਰ ਰਿਹਾ ਹੈ।
ਪ੍ਰਭ ਆਪਣਾ ਬਿਰਦ ਸਮਾਰਿਆ, ਆਪਣੇ ਬਿਰਦ ਨੂੰ ਸਮਾਰਿਆ ਮੈਨੇ ਸੰਭਾਲਿਆ। ਜਿਹੜਾ ਉਹਦਾ ਮੁੱਢ ਕਦੀਮਾ ਦਾ ਸੁਭਾਅ ਹੈ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਬਾਜੇ ਨੇ ਜਿਹਨੇ ਨਾਮ ਜਪਿਆ ਉਹਨੇ ਵੇਖਿਆ ਮੈਨੂੰ ਪੁਕਾਰ ਰਿਹਾ ਹੈ, ਫਿਰ ਗੁਣਾ ਔਗੁਣਾ ਦੀ ਗਿਣਤੀ ਨਹੀਂ ਕੀਤੀ। ਗੁਰ ਕਾ ਸ਼ਬਦ ਭਿਓ ਸਾਖੀ। ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਸਾਡਾ ਸਾਖੀ ਹਾਮੀ ਬਣਿਆ। ਕਿਉਂਕਿ ਜਦੋਂ ਆਪਾਂ ਗੁਰੂ ਦੀ ਮੱਤ ਲੈ ਲਈ ਨਾ ਤਾਂ ਗੁਰੂ ਦਾ ਸ਼ਬਦ ਸਾਡਾ ਹਾਮੀ ਭਰਦਾ ਹੈ, ਸਾਡਾ ਗਵਾਹੀਦਾਰ ਹੋ ਜਾਂਦਾ ਹੈ। ਸਾਖੀ ਦਾ ਮੈਨੇ ਗਵਾਹੀ ਵੀ ਹੁੰਦੀ ਹੈ। ਜਿਵੇਂ ਆਪਾਂ ਕਈ ਵਾਰ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੋਈ ਬੰਦੇ ਨੂੰ ਪੁਲਿਸ ਲੈਣ ਵਾਸਤੇ ਆ ਜਾਵੇ, ਪਰ ਅੱਗੋਂ ਕੋਈ ਪਿੰਡ ਦਾ ਜਿਹੜਾ ਪਤਵੰਤਾ ਹੈ ਉਹ ਹਾਮੀ ਭਰਦੇ ਨਹੀਂ ਵੀ ਇਹ ਬੰਦਾ ਇਸ ਤਰ੍ਹਾਂ ਦਾ ਨਹੀਂ, ਮੈਂ ਇਹਦੀ ਗਵਾਹੀ ਭਰਦਾ ਹਾਂ, ਤਾਂ ਉਹ ਪੁਲਿਸ ਛੱਡ ਕੇ ਚਲੀ ਜਾਂਦੀ ਹੈ। ਕੋਈ ਵੱਡਾ ਅਫਸਰ ਕਹਿ ਦੇ ਨਹੀਂ ਇਹਦੀ ਮੈਂ ਹਾਮੀ ਭਰਦਾ, ਇਹ ਇੱਦਾਂ ਦਾ ਕੰਮ ਨਹੀਂ ਕੀਤਾ ਇਹਨੇ ਕੋਈ। ਇਸੇ ਤਰ੍ਹਾਂ ਗੁਰੂ ਦਾ ਸ਼ਬਦ ਹਾਮੀ ਭਰਦਾ ਵੀ ਹਾਂ ਇਹ ਬੰਦਾ ਹੁਣ ਸੁਧਰ ਗਿਆ ਹੈ, ਇਹ ਮਨੁੱਖ ਹੁਣ ਸੁਧਰ ਗਿਆ ਹੈ, ਇਹ ਵਾਹਿਗੁਰੂ ਦਾ ਲਾੜੇ ਨੇ ਪਕੜਿਆ ਹੈ। ਤਿਨ ਸਗਲੀ ਲਾਜ ਰਾਖੀ, ਸਾਡੀ ਸਾਰੀ ਤਰ੍ਹਾਂ ਕਰਕੇ ਲੱਜਾ ਰੱਖੀ ਹੈ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਹੇ ਵਾਹਿਗੁਰੂ ਹੁਣ ਮੈਂ ਤੇਰਾ ਬੁਲਾਇਆ ਹੋਇਆ ਬੋਲਦਾ ਹਾਂ, ਜਿਸ ਤਰ੍ਹਾਂ ਵੀ ਤੂੰ ਬੁਲਾਉਂਦਾ ਹੈ। ਕਿਉਂਕਿ ਗੁਰਮੁਖ ਫਿਰ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ। ਹੇ ਵਾਹਿਗੁਰੂ ਤੂੰ ਸਾਹਿਬ ਹੈ, ਗੁਣਾ ਦਾ ਖਜ਼ਾਨਾ ਹੈ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਮਹਾਰਾਜ ਕਹਿੰਦੇ ਭਾਈ ਨਾਮ ਜਪੋ, ਇਹ ਨਾਮ ਨੇ ਤੁਹਾਡਾ ਸਾਖੀ ਹੋਣਾ, ਤੁਹਾਡਾ ਹਾਮੀ ਹੋਣਾ ਹੈ, ਇਹਨੇ ਤੁਹਾਡੀ ਹਾਮੀ ਭਰਨੀ ਹੈ ਅੱਗੇ। ਜਪ ਨਾਨਕ ਨਾਮ ਸੱਚ ਸਾਖੀ, ਸੱਚਾ ਹਾਮੀਦਾਰ, ਸੱਚਾ ਸਹਾਇਕ ਉਹ ਵਾਹਿਗੁਰੂ ਦਾ ਨਾਮ ਹੈ। ਆਪਣੇ ਦਾਸ ਕੀ ਪੈਜ ਰਾਖੀ। ਜਿਹੜਾ ਵੀ ਵਾਹਿਗੁਰੂ ਦਾ ਨਾਮ ਜਪਦਾ ਹੈ, ਵਾਹਿਗੁਰੂ ਇਹ ਨਹੀਂ ਵੇਖਦਾ ਇਹਨੇ ਕਿੰਨੇ ਪਾਪ ਪਹਿਲਾਂ ਕੀਤੇ ਨੇ, ਔਗਣ ਕੀਤੇ ਨੇ, ਉਹ ਫਿਰ ਆਪਣਾ ਸੇਵਕ ਜਾਣ ਕੇ ਉਹਦੀ ਲਾਜ ਰੱਖਦਾ ਹੈ, ਬਖਸ਼ਿਸ਼ ਕਰਦਾ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।